सत श्री अकाल प्यारे बच्चों, अज असी 10th IT ਦੇ ਇੰਪਲੋਏਬਿਲਿਟੀ ਸਕਿੱਲਸ ਦੇ ਸੈਸ਼ਨ ਸਵੈ ਜਾਗਰੂਕਤਾ ਤਾਕਤ ਅਤੇ ਕਮਜ਼ੋਰੀ ਵਿਸ਼ਲੇਸ਼ਣ ਬਾਰੇ ਪੜਾਂਗੇ। ਸਵੈ ਜਾਗਰੂਕ ਹੋਣ ਦਾ मतलब है कि ਤੁਸੀਂ ਆਪਣੀਆਂ ਤਾਕਤਾਂ ਤੇ ਕਮਜ਼ੋਰੀਆਂ ਦੀ ਪਛਾਣ ਕਰ ਸਕਦੇ ਹੋ। ਸਵੈ ਜਾਗਰੂਕਤਾ ਇਸ ਲਈ ਤੁਹਾਡੀ ਕਮਜ਼ੋਰੀ ਨੂੰ ਤਾਕਤ ਅਤੇ ਤਾਕਤ ਨੂੰ ਇੱਕ ਬੇਮਿਸਾਲ ਪ੍ਰਤਿਭਾ ਵਿੱਚ ਬਦਲਣ ਵਿੱਚ ਤੁਹਾਡੀ ਸਹਾਇਤਾ ਕਰੇਗੀ। ਆਪਣੀਆਂ ਤਾਕਤਾਂ ਤੇ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰਨਾ ਤੁਹਾਨੂੰ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਹਾਲਾਂਕਿ ਤਾਕਤ ਅਤੇ ਕਮਜ਼ੋਰੀ ਦਾ ਵਿਸ਼ਲੇਸ਼ਣ ਪਹਿਲਾਂ ਆਪਣੇ ਆਪ ਨੂੰ ਜਾਣਨ ਨਾਲ ਸ਼ੁਰੂ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣੋ ਕਿ ਤੁਹਾਡੀ ਤਾਕਤ ਅਤੇ ਕਮਜ਼ੋਰੀ ਕੀ ਹੈ। ਇਹ ਤੁਸੀਂ ਡਾਇਆਗ੍ਰਾਮ ਦੇਖ ਸਕਦੇ ਹੋ, ਸਟਰੈਂਥ ਐਂਡ ਵੀਕਨੈਸਿਸ। ਆਪਣੇ ਆਪ ਨੂੰ ਜਾਣਨਾ ਤੁਹਾਨੂੰ ਇਹ ਸਮਝਣਾ ਕਿ ਤੁਸੀਂ ਕੌਣ ਹੋ, ਤੁਸੀਂ ਕੀ ਪਸੰਦ ਜਾਂ ਨਾਪਸੰਦ ਕਰਦੇ ਹੋ, ਤੁਹਾਡੇ ਵਿਸ਼ਵਾਸ ਕੀ ਹਨ, ਤੁਹਾਡੇ ਵਿਚਾਰ ਕੀ ਹਨ, ਤੁਹਾਡਾ ਪਿਛੋਕੜ ਕੀ ਹੈ, ਤੁਸੀਂ ਕੀ ਚੰਗਾ ਕਰਦੇ ਹੋ ਅਤੇ ਜੋ ਤੁਸੀਂ ਚੰਗਾ ਨਹੀਂ ਕਰਦੇ ਹੋ। ਕੇਵਲ ਤਾਂ ਹੀ ਤੁਸੀਂ ਅਸਲ ਵਿੱਚ ਆਪਣੀਆਂ ਤਾਕਤਾਂ ਨੂੰ ਮਾਪ ਸਕਦੇ ਹੋ। By understanding ourselves we can, ਆਪਣੇ ਆਪ ਨੂੰ ਸਮਝਣ ਨਾਲ ਅਸੀਂ ਇਹ ਜਾਣਾਂਗੇ know what we cannot do, ਅਸੀਂ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ। based on that information we can, ਇਸ ਇਨਫੋਰਮੇਸ਼ਨ ਦੇ ਜਾਣਕਾਰੀ ਦੇ ਆਧਾਰ ਤੇ ਅਸੀਂ plan the next steps to improve ourselves, ਆਪਣੇ ਆਪ ਵਿੱਚ ਸੁਧਾਰ ਲਿਆ ਸਕਦੇ ਹਾਂ। ਉਸ ਦੇ ਲਈ ਅਸੀਂ ਅੱਗੇ ਪਲਾਨ ਬਣਾ ਸਕਦੇ ਹਾਂ। by improving we will, ਹੁਣ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣ ਤੋਂ ਬਾਅਦ become confident in what we do, ਅਸੀਂ ਪੂਰਨ ਵਿਸ਼ਵਾਸ ਦੇ ਨਾਲ ਆਪਣਾ ਜੋ ਕੰਮ ਕਰ ਰਹੇ ਹਾਂ ਉਸ ਨੂੰ ਨੇਪਰੇ ਚੜਾਵਾਂਗੇ। ਇਸ ਲਈ ਆਪਣੇ ਆਪ ਨੂੰ ਜਾਣਨਾ ਜ਼ਰੂਰੀ ਹੈ। ਗੁਣ, ਜਿਵੇਂ ਕਿ ਤੁਹਾਡਾ ਨਾਮ, ਯੋਗਤਾ ਅਤੇ ਆਪਸੀ ਸੰਬੰਧ। ਦੂਜੇ ਸ਼ਬਦਾਂ ਵਿੱਚ ਸਵੈ ਜਾਗਰੂਕ ਹੋਣ ਦਾ ਮਤਲਬ ਅਸਲ ਵਿੱਚ ਆਪਣੀਆਂ ਅੰਦਰੂਨੀ ਸ਼ਕਤੀਆਂ, ਲੁਕੀਆਂ ਪ੍ਰਤਿਭਾਵਾਂ, ਹੁਨਰਾਂ ਅਤੇ ਕਮਜ਼ੋਰੀਆਂ ਨੂੰ ਜਾਣਨਾ ਹੈ। ਆਪਾਂ ਨੂੰ ਇਹ ਜਾਣਨਾ ਹੈ ਕਿ ਸਾਡੇ ਅੰਦਰ ਕਿਹੜੀਆਂ ਪ੍ਰਤਿਭਾਵਾਂ, ਹੁਨਰ ਜਾਂ ਗੁਣ ਮੌਜੂਦ ਹਨ ਜਾਂ ਕਿਹੜੀਆਂ ਸਾਡੀਆਂ ਕਮਜ਼ੋਰੀਆਂ ਮੌਜੂਦ ਹਨ। ਫਿਰ ਹੀ ਅਸੀਂ ਉਸ ਦੇ ਅਕੋਰਡਿੰਗ ਅੱਗੇ ਵੱਧ ਸਕਦੇ ਹਾਂ। ਆਓ ਦੇਖੀਏ ਕਿ ਅਸੀਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਾਂ। ਤਾਕਤ ਦੀਆਂ ਉਦਾਹਰਨਾਂ। ਮੈਂ ਰਚਨਾਤਮਕ ਲਿਖਣ ਵਿੱਚ ਵਧੀਆ ਹਾਂ। ਮੈਨੂੰ ਸਰੋਤਿਆਂ ਦੇ ਸਾਹਮਣੇ ਬੋਲਣ ਦਾ ਭਰੋਸਾ ਹੈ। ਮੈਂ ਗਿਟਾਰ ਬਹੁਤ ਵਧੀਆ ਵਜਾਉਂਦਾ ਹਾਂ। ਮੈਂ ਕ੍ਰਿਕਟ ਬਹੁਤ ਵਧੀਆ ਖੇਡਦਾ ਹਾਂ। ਮੈਂ ਕੰਪਿਊਟਰ ਬਹੁਤ ਵਧੀਆ ਚਲਾ ਸਕਦਾ ਹਾਂ। ਇਹ ਸਾਰੀਆਂ ਤਾਕਤਾਂ ਹੋ ਗਈਆਂ। ਕਮਜ਼ੋਰੀ ਦੀਆਂ ਉਦਾਹਰਨਾਂ। ਮੈਂ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਮੁਸ਼ਕਲ ਮਹਿਸੂਸ ਕਰਦਾ ਹਾਂ। ਮੈਂ ਇੰਗਲਿਸ਼ ਬੋਲਣ ਵਿੱਚ ਮਾਹਰ ਹੋਣਾ ਚਾਹੁੰਦਾ ਹਾਂ। ਮੈਨੂੰ ਕਿਸੇ ਵੀ ਖੇਡ ਵਿੱਚ ਹਾਰਨਾ ਪਸੰਦ ਨਹੀਂ ਹੈ। ਜਾਂ ਮੈਂ ਕਿਸੇ ਕਲਾਸ ਦੇ ਵਿੱਚ ਜਾਂ ਕਿਸੇ ਵੱਡਿਆਂ ਨੂੰ ਚੰਗੀ ਤਰ੍ਹਾਂ ਨਹੀਂ ਸੁਣ ਸਕਦਾ, ਇਹ ਵੀ ਕਮਜ਼ੋਰੀ ਹੈ। ਆਪਣੀ ਤਾਕਤ ਅਤੇ ਕਮਜ਼ੋਰੀ ਦੀ ਪਛਾਣ ਕਰਨ ਦੀਆਂ ਤਕਨੀਕਾਂ। ਸਭ ਤੋਂ ਪਹਿਲਾਂ ਤਾਕਤ ਲੱਭਣਾ। ਉਹ ਸਭ ਕੁਝ ਸੋਚੋ ਜਿਸ ਨਾਲ ਤੁਸੀਂ ਸਫਲਤਾ ਪਾਉਂਦੇ ਹੋ। ਤੁਸੀਂ ਹਮੇਸ਼ਾ ਇਸ ਬਾਰੇ ਸੋਚੋ ਕਿ ਦੂਸਰੇ ਤੁਹਾਡੇ ਵਿੱਚ ਕੀ ਪਸੰਦ ਕਰਦੇ ਹਨ। ਸਮਾਂ ਕੱਢੋ ਅਤੇ ਇਸ ਬਾਰੇ ਸੋਚੋ ਕਿ ਤੁਸੀਂ ਕੀ ਵਧੀਆ ਕਰਦੇ ਹੋ। ਹੁਣ ਕਮਜ਼ੋਰੀ ਲੱਭਣਾ। ਉਹਨਾਂ ਖੇਤਰਾਂ ਬਾਰੇ ਦੱਸੋ ਜਿੱਥੇ ਤੁਸੀਂ ਸੰਘਰਸ਼ ਕਰਦੇ ਹੋ ਅਤੇ ਉਹਨਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਤੁਸੀਂ ਮੁਸ਼ਕਿਲ ਮਹਿਸੂਸ ਕਰਦੇ ਹੋ। ਫੀਡਬੈਕ ਦੇਖੋ ਜੋ ਦੂਸਰੇ ਤੁਹਾਨੂੰ ਅਕਸਰ ਦਿੰਦੇ ਹਨ। ਫੀਡਬੈਕ ਲਈ ਖੁੱਲ੍ਹੇ ਰਹੋ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਇਸ ਬਾਰੇ ਮਹਿਸੂਸ ਕੀਤੇ ਬਿਨਾਂ ਸਵੀਕਾਰ ਕਰੋ। ਇਸ ਨੂੰ ਇੱਕ ਖੇਤਰ ਦੇ ਰੂਪ ਵਿੱਚ ਲਓ। ਤੁਹਾਨੂੰ ਇੱਥੇ ਦਿੱਤੇ ਪ੍ਰਸ਼ਨਾਂ ਦੇ ਜਵਾਬ ਮਿਲਦੇ ਹਨ। ਮੈਂ ਦੂਜਿਆਂ ਤੋਂ ਕਿਵੇਂ ਵੱਖ ਹਾਂ? ਮੈਂ ਦੂਜਿਆਂ ਨਾਲੋਂ ਵਧੀਆ ਕੀ ਕਰਾਂ? ਦੂਸਰੇ ਲੋਕ ਮੇਰੇ ਵਿੱਚ ਕੀ ਪ੍ਰਸ਼ੰਸਾ ਕਰਦੇ ਹਨ? ਕਿਹੜੀ ਚੀਜ਼ ਮੈਨੂੰ ਬਾਹਰ ਖੜੀ ਕਰਦੀ ਹੈ? ਮੈਂ ਕਿੱਥੇ ਚਿੰਤਾ ਅਤੇ ਸੰਘਰਸ਼ ਕਰਦਾ ਹਾਂ? ਮੇਰੇ ਨਾਲੋਂ ਹੋਰ ਕਿੱਥੇ, ਕਿਵੇਂ ਅਤੇ ਕਿਉਂ ਵਧੀਆ ਪ੍ਰਦਰਸ਼ਨ ਕਰਦੇ ਹਨ?
ਮੈਨੂੰ ਦੂਜਿਆਂ ਤੋਂ ਅਕਸਰ ਸੁਧਾਰ ਲਈ ਕਿਹੜੀ ਸਲਾਹ ਮਿਲਦੀ ਹੈ। ਹੁਣ ਰੁਚੀਆਂ ਅਤੇ ਯੋਗਤਾਵਾਂ ਦੋ ਚੀਜ਼ਾਂ ਹੁੰਦੀਆਂ ਨੇ, ਉਹਨਾਂ ਵਿੱਚ ਕੀ ਅੰਤਰ ਹੈ। ਰੁਚੀ, ਜਿਸ ਨੂੰ ਅਸੀਂ ਇੰਟਰਸਟ ਕਹਿ ਸਕਦੇ ਹਾਂ। ਰੁਚੀ ਉਹ ਚੀਜ਼ਾਂ ਜੋ ਤੁਸੀਂ ਆਪਣੇ ਖਾਲੀ ਸਮੇਂ ਵਿੱਚ ਕਰਨਾ ਚਾਹੁੰਦੇ ਹੋ, ਜੋ ਤੁਹਾਨੂੰ ਖੁਸ਼ ਕਰਦੀਆਂ ਹਨ, ਉਸ ਨੂੰ ਰੁਚੀਆਂ ਕਹਿੰਦੇ ਨੇ। ਯੋਗਤਾਵਾਂ ਇੱਕ ਪ੍ਰਾਪਤ ਕੀਤੀ ਜਾਂ ਕੁਦਰਤੀ ਸਮਰੱਥਾ ਹੁੰਦੀ ਹੈ, ਉਸ ਨੂੰ ਯੋਗਤਾ ਕਿਹਾ ਜਾਂਦਾ ਹੈ। ਉਹ ਚੀਜ਼ਾਂ ਜਿਨ੍ਹਾਂ ਬਾਰੇ ਤੁਸੀਂ ਉਤਸੁਕ ਹੋ ਜਾਂ ਕਰਦੇ ਹੋ, ਭਾਵੇਂ ਕਿਸੇ ਨੇ ਤੁਹਾਨੂੰ ਅਜਿਹਾ ਕਰਨ ਲਈ ਨਹੀਂ ਕਿਹਾ। ਤੁਹਾਨੂੰ ਕਾਫੀ ਕੁਸ਼ਲਤਾ ਨਾਲ ਇੱਕ ਖਾਸ ਨੌਕਰੀ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਉਹ ਗੱਲਾਂ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਭਵਿੱਖ ਵਿੱਚ ਕਰਨਾ ਚਾਹੁੰਦੇ ਹੋ, ਇਹ ਸਨ ਰੁਚੀਆਂ। ਦੂਸਰੀ ਸਾਈਡ ਯੋਗਤਾਵਾਂ ਹਨ। ਇੱਕ ਐਗਜ਼ਾਮਪਲ ਲੈਂਦੇ ਹਾਂ। ਜਿਸ ਤਰ੍ਹਾਂ ਕਿ ਸਾਡਾ ਕਈ ਵਾਰ ਮਨ ਕਰਦਾ ਹੈ ਕਿ ਅਸੀਂ ਡਰਾਇੰਗ ਬਣਾਈਏ, ਜਾਂ ਸਾਡਾ ਮਨ ਕਰਦਾ ਹੈ ਕਿ ਅਸੀਂ ਖੇਡੀਏ, ਜਾਂ ਸਾਡਾ ਮਨ ਕਰਦਾ ਹੈ ਕਿ ਅਸੀਂ ਮੋਬਾਈਲ ਫੋਨ 'ਤੇ ਗੇਮਸ ਖੇਡੀਏ ਜਾਂ ਸੌਂਗ ਸੁਣੀਏ, ਉਸ ਤਰ੍ਹਾਂ ਉਸ ਨੂੰ ਰੁਚੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਯੋਗਤਾਵਾਂ, ਜਿਵੇਂ ਕਿ ਤੁਸੀਂ 10th ਪੜ੍ਹ ਲਈ ਹੈ, 10th ਕੀਤੀ ਹੈ, +2 ਕੀਤੀ ਹੈ, ਅੱਗੇ ਤੁਸੀਂ ਕੰਪਿਊਟਰ ਦਾ ਕੋਰਸ ਕੀਤਾ ਹੈ, IT ਦੇ ਵਿੱਚ ਤੁਸੀਂ ਸੌਫਟਵੇਅਰ ਡਿਵੈਲਪਮੈਂਟ ਦਾ ਕੋਰਸ ਕੀਤਾ ਹੈ, ਉਹ ਸਾਰੀਆਂ ਤੁਹਾਡੀਆਂ ਯੋਗਤਾਵਾਂ ਹਨ। ਇਸ ਲਈ ਸਾਨੂੰ ਦੋਨਾਂ ਨੂੰ ਹੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਜਦੋਂ ਤੁਹਾਡੀਆਂ ਦਿਲਚਸਪੀਆਂ ਤੁਹਾਡੀਆਂ ਕਾਬਲੀਅਤਾਂ ਨਾਲ ਮੇਲ ਨਹੀਂ ਖਾਂਦੀਆਂ, ਤਾਂ ਤੁਸੀਂ ਆਪਣੀਆਂ ਕਾਬਲੀਅਤਾਂ ਨੂੰ ਸੁਧਾਰ ਸਕਦੇ ਹੋ ਜਾਂ ਕਿਸੇ ਹੋਰ ਰਸਤੇ 'ਤੇ ਚੱਲ ਸਕਦੇ ਹੋ। ਉਦਾਹਰਨ ਦੇ ਲਈ, ਤੁਹਾਨੂੰ ਸੰਗੀਤ ਪਸੰਦ ਆ ਸਕਦਾ ਹੈ, ਪਰ ਤੁਹਾਨੂੰ ਗਾਉਣਾ ਚੰਗਾ ਨਹੀਂ ਲੱਗੇਗਾ। ਇਸ ਸਥਿਤੀ ਵਿੱਚ ਇੱਕ ਗਾਇਕ ਬਣਨ ਦੀ ਕੋਸ਼ਿਸ਼ ਨਾ ਕਰੋ। ਕਈ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੀ ਜੋ ਰੁਚੀ ਹੈ ਉਹ ਸਾਡੀ ਜਿਹੜੀ ਯੋਗਤਾ ਹੈ ਉਸ ਦੇ ਨਾਲ ਸੰਬੰਧ ਰੱਖਦੀ ਹੋਵੇ। ਜੇਕਰ ਇਹ ਦੋਨਾਂ ਦਾ ਮੇਲ ਹੁੰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਇੱਥੇ ਸਾਡਾ ਲੈਸਨ ਖਤਮ ਹੁੰਦਾ ਹੈ। ਧੰਨਵਾਦ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।